बिजली संकट है। पहला भी सरकारां आईयां ते गईयां, ये संकट काफ़ी समय तो जिहड़ा होर गहरा हुंदा जा रहा। सो जिहड़ा जिन्नी साडी बिजली की लोड़ है ਉਹਦੀ पूर्ति करनी ते सारी बिजली बोर्ड की मैनेजमेंट ਉਹਦਾ एक ਉਹਨਾਂ ਦੀ ਜ਼ਿੰਮੇਵਾਰੀ ਬਣਦੀ है। ਉਹਨਾਂ कैटागरी है, उन्होंने एक रोष भी दर्ज करवाया सरकार के कोले कि आखिर साडे कैटागरी नाल ही ये धक्का क्यों किया जा रहा। ਤੇ ਜੇ 600 ਤੋਂ ਉੱਤੇ ਕੋਈ ਵੀ ਖਪਤ ਹੋਏਗੀ ਤੇ ਉਹਨਾਂ ਨੂੰ 600 ਮਾਫ ਹੋਣਗੇ, ਉਹ ਤੋਂ ਉੱਤੇ ਜਿਹੜੀ ਖਪਤ ਹੈ ਉਹਦਾ ਉਹਨਾਂ ਨੂੰ ਬਿੱਲ ਅਦਾ ਕਰਨਾ ਪਵੇਗਾ। दूसरा थर्मल प्लांट बंद हो रहे हैं, यूनिट खराब हो रहे हैं, तलवंडी साबो का यूनिट खराब हो गया, कहा जा रहा कि तकनीकी नुक्स पै गया ਤੇ ਗੋਇੰਦਵਾਲ ਦਾ ਜਿਹੜਾ ਥਰਮਲ ਪਲਾਂਟ ਆ ਉਹ ਵੀ ਬੰਦ ਹੋ ਗਿਆ। ਸੋ ਨਿੱਜੀ ਕੰਪਨੀਆਂ ਜਿਹੜੀਆਂ ਨੇ ਉਹ ਕੋਲਾ ਕਿੰਨਾ ਰੱਖਦੀਆਂ ਨੇ ਕਿੰਨਾ ਨਹੀਂ ਰੱਖਦੀਆਂ, ਆਪਣੇ ਪੈਸੇ ਬਚਾਉਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਮੱਸਾ ਟੀਵੀ, ਮੈਂ ਹਾਂ ਕਵਰ ਸਿੰਘ ਬੇਦੀ। ਗਰਮੀ ਦੇ ਸੀਜ਼ਨ ਦੇ ਵਿੱਚ ਬਿਜਲੀ ਸੰਕਟ ਹੋਰ ਗਹਿਰਾ ਹੁੰਦਾ ਜਾ ਰਿਹਾ। ਭਾਵੇਂ ਕਿ ਸਰਕਾਰ ਹਰ ਵਰਗ ਨੂੰ 600 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਚੁੱਕੀ ਹੈ ਤੇ ਬਿਜਲੀ 1 ਜੁਲਾਈ ਤੋਂ ਮੁਫਤ ਦਿੱਤੀ ਜਾਏਗੀ। ਕਿਹੜੇ ਕੈਟਾਗਰੀ ਨੂੰ ਦਿੱਤੀ ਜਾਏਗੀ ਅਜੇ ਕਲੀਅਰ ਹੋਣਾ ਵਾਜੇ ਬਾਕੀ ਹੈ। ਸੰਕਟ ਕਿਸ ਤਰ੍ਹਾਂ ਗਹਿਰਾ ਹੋਇਆ ਤੇ ਸੰਕਟ ਹੋਰ ਕਿੰਨਾ ਕੁ ਡੂੰਘਾ ਹੋਏਗਾ, ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਬਿਜਲੀ ਸੁਧਾਰ ਫੋਰਮ ਦੇ ਕਨਵੀਨਰ ਭੁਪਿੰਦਰ ਸਿੰਘ ਨੇ ਤੇ PCSPCL ਦੇ ਸਾਬਕਾ ਅਧਿਕਾਰੀ ਵੀ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਇਹ ਜਿਹੜਾ ਸੰਕਟ ਹੈ ਇਹ ਹੋਰ ਕਿਸ ਤਰ੍ਹਾਂ ਹੁੰਦਾ ਜਾ ਰਿਹਾ ਤੇ ਸਰਕਾਰ ਦਾ ਧਿਆਨ ਹੁਣ ਕਿੱਥੇ ਆ, ਕਿਉਂਕਿ ਜੇ ਸੰਕਟ ਇਸੇ ਤਰ੍ਹਾਂ ਡੂੰਘਾ ਹੁੰਦਾ ਗਿਆ ਤਾਂ ਪੰਜਾਬ ਨੂੰ ਇੱਕ ਵੱਡੇ ਹਨੇਰੇ ਦਾ ਸਾਹਮਣਾ ਕਰਨਾ ਪੈ ਸਕਦਾ। ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਬੇਦੀ ਸਾਹਿਬ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੁਪਿੰਦਰ ਸਿੰਘ ਜੀ, ਕਿਸ ਤਰ੍ਹਾਂ ਵੇਖਦੇ ਹੋ ਜਿਹੜਾ ਬਿਜਲੀ ਸੰਕਟ ਹੈ? ਪਹਿਲਾਂ ਵੀ ਸਰਕਾਰਾਂ ਆਈਆਂ ਤੇ ਗਈਆਂ, ਇਹ ਸੰਕਟ ਕਾਫੀ ਸਮੇਂ ਤੋਂ ਜਿਹੜਾ ਹੋਰ ਗਹਿਰਾ ਹੁੰਦਾ ਜਾ ਰਿਹਾ ਤੇ ਇਹਦੀ ਵਜ੍ਹਾ ਕੀ ਹੈ? ਕਿ ਸਰਕਾਰ ਜ਼ਿੰਮੇਵਾਰ ਹੈ ਜਾਂ PCSPCL ਦੇ ਅਧਿਕਾਰੀ ਜ਼ਿੰਮੇਵਾਰ ਨੇ? ਦੇਖੋ, ਜਿਹੜੀ ਲੋਕਾਂ ਨੂੰ ਪੂਰੀ ਬਿਜਲੀ ਦੇਣੀ ਉਹ PSPCL ਦੀ ਜਿਹੜੀ ਮੁੱਢਲੀ ਜ਼ਿੰਮੇਵਾਰੀ ਹੈ। ਉਹ ਸਰਕਾਰ ਤਾਂ PSPCL ਨੂੰ ਕੰਟਰੋਲ ਕਰਦੀ ਹੈ, ਪਰ ਇਹਦੀ ਜਿਹੜੀ ਸਾਰਾ ਸਿਸਟਮ ਪਲਾਨ ਕਰਨਾ ਤੇ ਕਿਉਂਕਿ ਲੰਬੇ ਸਮੇਂ ਲਈ ਇਹਦੀਆਂ ਬਿਜਲੀ ਦੀ ਘਾਟ ਜਿਹੜੀ ਇੱਕਦਮ ਨਹੀਂ ਪੂਰੀ ਹੋ ਸਕਦੀ ਹੈ ਨਾ, ਇਹਨੂੰ ਜੇ ਪਲਾਂਟ ਬਣਨ ਨੂੰ 4-5 ਸਾਲ ਲੱਗ ਜਾਂਦੇ ਆ। ਸੋ ਜਿਹੜਾ ਜਿੰਨੀ ਸਾਡੀ ਬਿਜਲੀ ਦੀ ਲੋੜ ਹੈ ਉਹਦੀ ਪੂਰਤੀ ਕਰਨੀ ਇਹ ਸਾਰੀ ਬਿਜਲੀ ਬੋਰਡ ਦੀ ਮੈਨੇਜਮੈਂਟ ਉਹਦਾ ਇੱਕ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਪਿਛਲੇ ਸਾਲ ਜਿਹੜੇ ਕੱਟ ਲੱਗੇ ਜਾਂ ਇਸ ਸਾਲ ਹੁਣ ਕੱਟ ਲੱਗ ਰਹੇ ਆ, ਮਹਿੰਗੀ ਬਿਜਲੀ ਆਪਾਂ ਨੂੰ ਲੈਣੀ ਪੈ ਰਹੀ ਹੈ, ਉਹਦੇ ਲਈ ਮੈਨੇਜਮੈਂਟ ਦਾ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਕਾਰਗੁਜ਼ਾਰੀ 'ਤੇ ਉਹ ਮਾੜਾ ਅਸਰ ਜਿਹੜਾ ਹੈ ਉਹ ਦਰਸਾਉਂਦਾ ਜ਼ਰੂਰ ਜੀ। ਹਾਂ, ਇੱਕ ਪਾਸੇ ਤਾਂ ਲੋਕਾਂ ਦਾ ਸਰਕਾਰ ਦੇ ਉੱਤੇ ਜ਼ੋਰ ਲੱਗਿਆ ਹੋਇਆ ਸੀ ਕਿ ਮੁਫਤ ਬਿਜਲੀ ਦਿਓ ਤੇ ਸਿਆਸੀ ਪਾਰਟੀਆਂ ਵੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀਆਂ ਸੀ ਕਿ ਜੋ ਐਲਾਨ ਇਸ ਪਾਰਟੀ ਨੇ ਕੀਤੇ ਆ ਉਹ ਪੂਰੇ ਕਰਨੇ ਚਾਹੀਦੇ ਆ। ਉਸ ਤੋਂ ਬਾਅਦ ਜਿਹੜੇ ਅਧਿਕਾਰੀਆਂ ਦੇ ਜਿਹੜੇ PCSPCL ਦੇ ਅਧਿਕਾਰੀ ਆ, ਦਿੱਲੀ ਦਰਬਾਰ ਦੇ ਵਿੱਚ ਕੇਜਰੀਵਾਲ ਨਾਲ ਮੀਟਿੰਗ ਹੁੰਦੀ ਹੈ, ਕਿਉਂਕਿ ਇਹ ਗਰੰਟੀ ਜਿਹੜੀ ਹੈ ਕੇਜਰੀਵਾਲ ਨੇ ਦਿੱਤੀ ਹੁੰਦੀ ਆ। ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਜਾਂਦਾ ਕਿ 1 ਜੁਲਾਈ ਤੋਂ ਇਹ ਜਿਹੜੀ 600 ਯੂਨਿਟ ਬਿਜਲੀ ਹੈ ਇਹ ਦਿੱਤੀ ਜਾਏਗੀ। ਵਿੱਤੀ ਸੰਕਟ ਵੀ ਇਹਦੇ ਨਾਲ ਵਧੇਗਾ ਤੇ ਇੱਕ ਬਹੁਤ ਵੱਡਾ ਜਿਹੜਾ ਬੋਝ ਹੈ ਜਿਸ ਦੀ ਭਰਪਾਈ ਸ਼ਾਇਦ ਅੱਗੇ ਨਾ ਹੋ ਸਕੇ। ਦੇਖੋ, ਇਸ ਤਰ੍ਹਾਂ ਹੈ ਕਿ ਸਬਸਿਡੀ ਕਿਸੇ ਵਰਗ ਨੂੰ ਦੇਣੀ, ਕਿੰਨੀ ਦੇਣੀ, ਇਹ ਸਟੇਟ ਗੌਰਮੈਂਟ ਦਾ ਪ੍ਰੈਰੋਗੇਟਿਵ ਹੈ। ਐਕਟ ਵਿੱਚ ਇਹਦੀ ਪ੍ਰੋਵੀਜ਼ਨ ਨੇ, ਪਰ ਉਹਦੇ ਵਿੱਚ ਇਲੈਕਟ੍ਰਿਸਿਟੀ ਐਕਟ 'ਚ ਇਹ ਲਿਖਿਆ ਜ਼ਰੂਰ ਕਿ ਜਿੰਨੀ ਸਬਸਿਡੀ ਸਟੇਟ ਗੌਰਮੈਂਟ ਨੇ ਦੇਣੀ ਕਿਸੇ ਵਰਗ ਨੂੰ ਉਹਦੀ ਐਡਵਾਂਸ ਜਿਹੜੀ ਹੈ ਐਡਵਾਂਸ 'ਚ ਉਹ ਸਬਸਿਡੀ ਮਿਲਣੀ ਚਾਹੀਦੀ ਹੈ। ਸੋ ਪੁਰਾਣਾ ਜਿਹੜਾ ਸਬਸਿਡੀ ਲੈਵਲ ਸੀਗਾ ਤਕਰੀਬਨ 14,000 ਕਰੋੜ ਰੁਪਈਏ ਦਾ, ਉਹਦੀ ਵੀ 7-8 ਹਜ਼ਾਰ ਕਰੋੜ ਰੁਪਇਆ ਪੈਂਡੈਂਸੀ ਚੱਲ ਰਹੀ ਹੈ। ਠੀਕ ਹੈ ਜੀ। ਅਤੇ ਦੂਸਰੇ ਪਾਸੇ ਜੇ ਹੁਣ ਆਪਾਂ ਹੋਰ ਸਬਸਿਡੀ ਜਿੱਦਾਂ 300 ਯੂਨਿਟ ਦੀ ਹੈ ਇਹ ਆਪਾਂ ਵਧਾਈ ਹੈ, ਇਹਦੇ ਨਾਲ ਸਬਸਿਡੀ ਬਿੱਲ ਜਿਹੜਾ ਹੋਰ ਵੱਧ ਜਾਏਗਾ ਅਤੇ ਆਪਾਂ ਜਿਹੜੇ 2 ਕਿਲੋਵਾਟ ਦੇ ਬਿੱਲ ਮਾਫ ਕੀਤੇ ਆ 31 ਦਸੰਬਰ ਤੱਕ, ਉਹ ਵੀ ਆਪਾਂ ਨੂੰ ਸਟੇਟ ਗੌਰਮੈਂਟ ਦੀ ਉਹ 'ਤੇ ਭਾਰ ਪਏਗਾ। ਸੋ ਸਾਰਾ ਵਿੱਤੀ ਭਾਰ ਜਿਹੜਾ ਉਹ ਸਟੇਟ ਗੌਰਮੈਂਟ ਨੂੰ ਇਹਦੇ ਫੰਡਸ ਜਿਹੜੇ ਆ ਫਾਈਨੈਂਸਿਸ ਉਹ ਅਰੇਂਜ ਕਰਨੇ ਪੈਣਗੇ ਅਤੇ ਜੇ ਉਹ ਸਮੇਂ ਸਿਰ ਜਾਂ ਸਹੀ ਉਹ ਫੰਡਸ ਅਰੇਂਜ ਨਾ ਕੀਤੇ ਅਤੇ PSPCL ਨੂੰ ਨਾ ਦਿੱਤਾ ਅਤੇ ਉਹਦੇ ਨਾਲ ਜਿਹੜਾ ਬਿਜਲੀ ਦੀ ਸਪਲਾਈ 'ਤੇ ਮੰਦਾ ਅਸਰ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਸ 'ਚ ਇੰਟਰਕਨੈਕਟਡ ਨੇ, ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਜੀ ਸਾਰੀਆਂ। ਗੱਲ ਕਰੀਏ 600 ਯੂਨਿਟ ਦੀ, ਕਿਹਾ ਜਾਂਦਾ ਕਿ SCBC ਨੂੰ ਇੰਨਾ ਦਿੱਤਾ ਜਾਣਾ ਹੈ, ਜਨਰਲ ਕੈਟਾਗਰੀ ਨੂੰ ਇੰਨਾ ਦਿੱਤਾ ਜਾਣਾ ਹੈ ਤੇ ਸੋਸ਼ਲ ਮੀਡੀਆ ਤੇ ਤੁਸੀਂ ਵੇਖ ਰਹੇ ਹੋ ਕਿਸ ਤਰ੍ਹਾਂ ਟਰੋਲ ਹੋ ਰਿਹਾ। ਜਿਹੜਾ ਜਨਰਲ ਕੈਟਾਗਰੀ ਹੈ ਉਹਨਾਂ ਨੇ ਇੱਕ ਰੋਸ ਵੀ ਦਰਜ ਕਰਵਾਇਆ ਸਰਕਾਰ ਦੇ ਕੋਲੇ ਕਿ ਆਖਰ ਸਾਡੇ ਕੈਟਾਗਰੀ ਨਾਲ ਹੀ ਇਹ ਧੱਕਾ ਕਿਉਂ ਕੀਤਾ ਜਾ ਰਿਹਾ। ਦੇਖੋ, ਪਹਿਲੇ ਇੰਸਟਰਕਸ਼ਨ ਸੀਗੀਆਂ ਕਿ ਆਪਾਂ 200 ਯੂਨਿਟ ਫ੍ਰੀ ਜਿਹੜੀ ਹੈ ਸ਼ਡਿਊਲ ਕਾਸਟ BPL ਤੇ ਉਹਨਾਂ ਨੂੰ ਦਿੰਦੇ ਸੀਗੇ, ਤੇ ਹੁਣ ਜਿਹੜਾ ਅਨਾਉਂਸ ਕੀਤਾ ਵੀ 300 ਯੂਨਿਟ ਫ੍ਰੀ ਸਾਰਿਆਂ ਹਰ ਇੱਕ ਨੂੰ ਮਿਲੇਗੀ। ਨਾਲ ਹੀ ਅਨਾਉਂਸ ਕਰ ਦਿੱਤਾ ਵੀ ਜਿਹੜਾ 200 ਯੂਨਿਟ ਹੈ ਸ਼ਡਿਊਲ ਕਾਸਟ ਦੇ ਉਹਨਾਂ ਦੇ ਤਾਂ 600 ਹੋ ਜਾਣਗੇ, ਤੇ ਜੇ 600 ਤੋਂ ਉੱਤੇ
ਕੋਈ ਵੀ ਖਪਤ ਹੋਏਗੀ ਤੇ ਉਹਨਾਂ ਨੂੰ 600 ਮਾਫ ਹੋਣਗੇ, ਉਹ ਤੋਂ ਉੱਤੇ ਜਿੰਨੀ ਖਪਤ ਹੈ ਉਹਦਾ ਉਹਨਾਂ ਨੂੰ ਬਿੱਲ ਅਦਾ ਕਰਨਾ ਪਏਗਾ। ਲੇਕਿਨ ਬਾਕੀ ਦੀ ਜਿਹੜੀ ਕੈਟਾਗਰੀ ਹੈ ਉਹਨਾਂ ਨੂੰ ਜੇ 600 ਟੱਪ ਜੇ ਤੇ ਉਹਨਾਂ ਨੂੰ ਫਿਰ ਕੋਈ ਰਿਆਇਤ ਨਹੀਂ ਮਿਲੇਗੀ ਤੇ ਸਾਰੀ ਜਿਹੜੀ ਹੈ ਉਹ ਮਤਲਬ ਪੂਰਾ ਬਿੱਲ ਉਹਨਾਂ ਨੂੰ ਦੇਣਾ ਪਏਗਾ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਹਰ ਵਰਗ ਨੂੰ ਜਿਹੜਾ ਉਹ ਬਰਾਬਰ ਨਜ਼ਰਾਂ ਨਾਲ ਦੇਖਣਾ ਉਹਨਾਂ ਦਾ ਫਰਜ਼ ਬਣਦਾ ਹੈ। ਔਰ ਜੇ ਇਹ ਫੀਡਬੈਕ ਆਈ ਹੈ ਤੇ ਜ਼ਰੂਰ ਹੈ ਸਰਕਾਰ ਇਹ 'ਤੇ ਗੌਰ ਫਰਮਾਏਗੀ ਤੇ ਲੋਕਾਂ ਦੀ ਜੇ ਕੋਈ ਸ਼ਿਕਾਇਤ ਹੈ ਉੱਤੇ ਜੋ ਬਣਦੀ ਜਿਹੜੀ ਹੈ ਉਹ ਕੋਈ ਚੇਂਜ ਹੈ ਜਾਂ ਕੋਈ ਸੁਧਾਰ ਹੈ ਉਹ ਕਰੇਗੀ ਸਰਕਾਰ, ਜ਼ਰੂਰ ਕਰੇਗੀ ਜੀ। ਹਾਂ, ਜਿਸ ਤਰ੍ਹਾਂ ਥਰਮਲ ਪਲਾਂਟ ਬੰਦ ਹੋ ਰਹੇ ਆ, ਯੂਨਿਟ ਖਰਾਬ ਹੋ ਰਿਹਾ, ਤਲਵੰਡੀ ਸਾਬੋ ਦਾ ਯੂਨਿਟ ਖਰਾਬ ਹੋ ਗਿਆ ਕਿਆ, ਤੇ ਗੋਇੰਦਵਾਲ ਦਾ ਜਿਹੜਾ ਥਰਮਲ ਪਲਾਂਟ ਆ ਉਹ ਵੀ ਬੰਦ ਹੋ ਗਿਆ। ਲੱਗਦਾ ਨਹੀਂ ਕਿ ਇਹ ਕਿਤੇ ਨਾ ਕਿਤੇ ਕੀ ਤਕਨੀਕੀ ਨੁਕਸ ਹੈ ਜਾਂ ਕੋਲੇ ਦੀ ਘਾਟ ਜਿਹੜੀ ਹੈ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ? ਦੇਖੋ ਬੇਦੀ ਸਾਹਿਬ, ਮੈਂ ਇੱਕ ਵਾਰੀ ਪਹਿਲੇ ਵੀ ਤੁਹਾਡੇ ਨਾਲ ਇਹ ਗੱਲ ਕਰ ਚੁੱਕਾ ਹਾਂ ਕਿ ਇਹ ਸਾਰਾ ਜਿਹੜਾ ਨਾ ਇਹ ਪੰਜਾਬ ਦੇ ਖਪਤਕਾਰਾਂ ਨੂੰ ਜਿਹੜਾ ਇਹ ਹਰਜਾਨਾ ਭੁਗਤਣਾ ਪੈ ਰਿਹਾ ਉਹ ਹੈ ਵੀ ਸਾਰੀ ਜਿਹੜੀ ਹੈ ਬਿਜਲੀ ਦਾ ਉਤਪਾਦਨ ਜਿਹੜਾ ਨਾ ਉਹ ਨਿੱਜੀ ਕੰਪਨੀਆਂ ਦੇ ਉਹਨਾਂ ਦੇ ਜਿੰਮੇ ਲਾਤਾ ਆਪਾਂ। ਸੋ ਨਿੱਜੀ ਕੰਪਨੀਆਂ ਜਿਹੜੀਆਂ ਨੇ ਉਹ ਕੋਲਾ ਕਿੰਨਾ ਰੱਖਦੀਆਂ ਨੇ ਕਿੰਨਾ ਨਹੀਂ ਰੱਖਦੀਆਂ, ਆਪਣੇ ਪੈਸੇ ਬਚਾਉਂਦੀਆਂ ਨੇ, ਇਨਵੈਂਟਰੀ ਪ੍ਰੋਪਰ ਨਹੀਂ ਰੱਖਦੀਆਂ, ਕਿਉਂਕਿ ਉਹਨਾਂ ਦੀ ਸਿਰਦਰਦੀ ਇੰਨੀ ਨਹੀਂ ਹੁੰਦੀ ਕਿ ਲੋਕਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਹੈ। ਸੋ ਇਹ ਜੇ ਸਰਕਾਰੀ ਪਲਾਂਟ ਹੁੰਦੇ ਤੇ ਸਰਕਾਰੀ ਪਲਾਂਟ ਕੋਈ ਇਹੋ ਜਿਹਾ ਕਦੇ ਨਹੀਂ ਹੋਇਆ ਮਤਲਬ ਆਪਣੇ ਪਾਸਟ ਵਿੱਚ ਕਿ ਸਰਕਾਰੀ ਪਲਾਂਟ ਥਰਮਲ ਜਾਂ ਹਾਈਡਲ ਉਹਨਾਂ ਨੇ ਸਰਕਾਰ ਦਾ ਇਸ ਦਾ ਇਹੋ ਜਿਹਾ ਹਾਲ ਕੀਤਾ ਹੋਵੇ। ਸੋ ਇਹ ਜਿਹੜੀ ਨਿੱਜੀਕਰਨ ਦੀ ਨੀਤੀਆਂ ਉਹਦਾ ਹਰਜਾਨਾ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਰਿਹਾ। ਬਾਕੀ ਜਿਹੜੀ ਹੁਣ ਗੱਲ ਕੀਤੀ ਗੋਬਿੰਦਵਾਲ ਸਾਹਿਬ ਦੀ, ਇਹ ਦੋਨੋਂ ਯੂਨਿਟਾਂ ਬੰਦ ਨੇ ਕੋਲੇ ਦੇ ਘਾਟ ਕਾਰਨ, ਕੁਛ ਉਹਨਾਂ ਦੀਆਂ ਫਾਈਨੈਂਸ਼ੀਅਲ ਪ੍ਰੋਬਲਮਸ ਵੀ ਨੇ। ਸੋ ਤਲਵੰਡੀ ਸਾਬੋ ਦੀ ਵੀ ਇੱਕ ਯੂਨਿਟ ਬੰਦ ਹੈ, ਉਹਨਾਂ ਕੋਲ ਵੀ ਕੋਲਾ ਘੱਟ ਹੈ। ਤੇ ਤਲਵੰਡੀ ਸਾਬੋ ਦਾ ਪਲਾਂਟ ਉਹਦੇ ਵਿੱਚ ਤਾਂ ਟੈਕਨੀਕਲ ਫਲॉ ਬੜੇ ਹੁੰਦੇ ਆ, ਫੁੱਲ ਲੋਡ ਤੇ ਚੱਲੇ ਕੁਝ ਦਿਨ ਚੱਲੇ ਤਾਂ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਪੈ ਜਾਂਦਾ। ਸੋ ਉਹਦੇ ਨਾਲ ਪੰਜਾਬ ਦੇ ਵਿੱਚ ਮਤਲਬ ਪੰਜਾਬ ਦੀ ਬਾਉਂਡਰੀ ਦੇ ਵਿੱਚ ਜਿਹੜੀ ਹੈ ਬਿਜਲੀ ਉਤਪਾਦਨ ਜਿਹੜਾ ਹੈ ਉਹ ਘਟ ਜਾਂਦਾ ਹੈ। ਉਹ ਘਟਦਾ ਹੈ ਤੇ ਉਹਨਾਂ ਪਾਵਰ ਕੱਟ ਲੱਗਦੇ ਆ ਤੇ ਲੋਕਾਂ ਨੂੰ ਦਿੱਕਤਾਂ ਜਿਹੜੀਆਂ ਦਾ ਪੇਸ਼ ਆਉਂਦੀਆਂ ਨੇ, ਲੋਕਾਂ ਨੂੰ ਦਿੱਕਤਾਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪੈਂਦਾ ਜੀ। ਮਤਲਬ ਕੋਲੇ ਦੀ ਘਾਟ ਕਾਰਨ ਜਿਹੜੇ ਪਲਾਂਟ ਬੰਦ ਹੁੰਦੇ ਆ ਤਾਂ ਸਪਲਾਈ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦੀ ਹੈ। ਬਿਲਕੁਲ, ਕਿਉਂਕਿ ਇਸ ਤਰ੍ਹਾਂ ਹੈ, ਦੇਖੋ ਬਾਹਰੋਂ ਅਸੀਂ ਕੁਝ ਸੀਮਾ ਤੱਕ ਹੀ ਬਿਜਲੀ ਲਿਆ ਸਕਦੇ ਹਾਂ, ਠੀਕ ਹੈ ਜੀ, ਤੇ ਬਾਕੀ ਬਿਜਲੀ ਅਸੀਂ ਪੰਜਾਬ ਦੀ ਵਿਦਨ ਬਾਉਂਡਰੀ ਜਿਹੜੀ ਹੈ ਉਹ 'ਚ ਸਾਨੂੰ ਪੈਦਾ ਕਰਨੀ ਹੈ। ਉਹਦੇ ਵਿੱਚ ਹੁਣ ਮੇਜਰ ਹਿੱਸੇਦਾਰੀ ਪ੍ਰਾਈਵੇਟ ਪਲਾਂਟਾਂ ਦੀ ਹੋਗੀ। ਜੇ ਪ੍ਰਾਈਵੇਟ ਪਲਾਂਟ ਪੂਰੀ ਆਪਣੀ ਸਮਰੱਥਾ ਦੇ ਮੁਤਾਬਕ ਬਿਜਲੀ ਨਹੀਂ ਦਿੰਦੇ ਤੇ ਉਹਦਾ ਸਿੱਧਾ ਅਸਰ ਬਿਜਲੀ ਸਪਲਾਈ ਤੇ ਪੈ ਜਾਂਦਾ ਜੀ। ਇਹ ਹੈ ਜੀ ਗੱਲ। ਪ੍ਰਾਈਵੇਟ ਸੈਕਟਰ ਦੀ ਜ਼ਿੰਮੇਵਾਰੀ ਹੈ ਕਿ ਸਰਕਾਰ ਦਾ ਪੈਰੋਕੇਟਿਵ ਹੈ ਕਿ ਜਿਹੜੀ ਬਿਜਲੀ ਦੀ ਸਪਲਾਈ ਹੈ ਕਿਤੇ ਨਾ ਕਿਤੇ ਪ੍ਰਭਾਵਿਤ ਨਾ ਹੋਵੇ, ਇਸ ਨੂੰ ਠੀਕ ਰੱਖਿਆ ਜਾ ਸਕੇ। ਦੇਖੋ, ਇਲੈਕਟ੍ਰਿਸਿਟੀ ਐਕਟ ਇਹ ਕਹਿੰਦਾ ਹੈ ਕਿ ਜਿਹੜਾ ਡਿਸਟ੍ਰੀਬਿਊਸ਼ਨ ਲਾਇਸੈਂਸੀ ਹੈ ਮੀਨਸ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਉਹਦੀ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹਨੇ ਲੋਕਾਂ ਨੂੰ ਪੂਰੀ ਬਿਜਲੀ ਮੁਹੱਈਆ ਕਰਵਾਉਣੀ ਹੈ, ਉਹਨੇ ਸਾਰੇ ਬਿਜਲੀ ਦੇ ਇੰਤਜ਼ਾਮ ਕਰਨੇ ਆ ਤਾਂ ਕਿ ਲੋਕਾਂ ਨੂੰ ਪੂਰੀ ਬਿਜਲੀ ਮਿਲੇ। ਸੋ ਇਹ ਜ਼ਿੰਮੇਵਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਹੈ ਕਿ ਇੱਥੇ ਲੋਕਾਂ ਨੂੰ ਵਧੀਆ ਸਸਤੀ ਤੇ ਵਧੀਆ ਬਿਜਲੀ ਮਿਲੇ ਜੀ। ਇੱਕ ਪਾਸੇ ਤਾਂ ਸਰਕਾਰ ਮੁਫਤ ਬਿਜਲੀ ਦੇ ਰਹੀ ਹੈ, ਦੂਜੇ ਪਾਸੇ ਗੱਲ ਕਰੀਏ ਤਾਂ ਸੋਲਰ ਪ੍ਰੋਜੈਕਟ ਦੀ, ਇਹ ਕਾਫੀ ਸਮੇਂ ਤੋਂ ਰੁਝਾਨ ਚੱਲਿਆ ਸੀ ਕਿ ਸੋਲਰ ਪ੍ਰੋਜੈਕਟ ਲਾਏ ਜਾਣ, ਕਿਤੇ ਨਾ ਕਿਤੇ ਜਿਹੜੀ ਹੈ ਬਿਜਲੀ ਸੂਰਜੀ ਊਰਜਾ ਰਾਹੀਂ ਜਿਹੜੀ ਆ ਪੈਦਾ ਕੀਤੀ ਜਾਵੇ ਤਾਂ ਕਿਤੇ ਨਾ ਕਿਤੇ ਇਸ ਲੋਡ ਨੂੰ ਕਿਤੇ ਨਾ ਕਿਤੇ ਘੱਟ ਕੀਤਾ ਜਾ ਸਕਦਾ ਤੇ ਬਿਜਲੀ ਸਪਲਾਈ ਵੀ ਠੀਕ ਰਹਿ ਸਕਦੀ ਹੈ। ਇਸ ਮੁਫਤ ਦੇ ਐਲਾਨ ਨਾਲ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਸੋਲਰ ਪ੍ਰੋਜੈਕਟ ਦਾ ਜਿਹੜਾ ਪ੍ਰਕਿਰਿਆ ਹੈਗੀ ਆ ਉਹ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੀ, ਉਹਦੇ ਨਾਲ ਰੁਜ਼ਗਾਰ ਦਾ ਵਸੀਲਾ ਵੀ ਖਰਾਬ ਹੋਏਗਾ ਤੇ ਇੱਕ ਜਿਹੜੀ ਸਬਸਿਡੀ ਦੀ ਜਿਹੜੀ ਮਿਲਦੀ ਸੀ ਉਹ ਵੀ ਕਿਤੇ ਨਾ ਕਿਤੇ ਜਿਹੜੀ ਆ ਪ੍ਰਭਾਵਿਤ ਹੋਏਗੀ। ਦੇਖੋ, ਇੱਕ ਹੈ ਸਕੀਮ ਆਈ ਸੀ ਵੀ ਜਿਹਨੂੰ ਰੂਫ ਟਾਪ ਸੋਲਰ ਆਪਾਂ ਪਲਾਂਟ ਕਹਿੰਦੇ ਆ, ਨੈਟ ਮੀਟਿੰਗ ਰਾਹੀਂ ਉਹ ਲੋਕ ਲਾਉਂਦੇ ਸੀਗੇ। ਸੋ ਜੇ ਬਿਜਲੀ ਫ੍ਰੀ ਮਿਲੇਗੀ ਤੇ ਲੋਕਾਂ 'ਚ ਫਿਰ ਆਪਣੇ ਘਰਾਂ ਦੇ ਉੱਤੇ ਛੱਤਾਂ ਦੇ ਉੱਤੇ ਉਹ ਜਿਹੜੇ ਸੋਲਰ ਪੈਨਲ ਲਾਣੇ ਆ ਉਹਦੀ ਅਟਰੈਕਸ਼ਨ ਘਟੇਗੀ, ਮੈਨੂੰ ਲੱਗਦਾ ਜੀ ਘਟੇਗੀ ਜੀ। ਮਤਲਬ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਜਾਏਗਾ, ਸੋਲਰ ਪ੍ਰੋਜੈਕਟ ਕਿਤੇ ਨਾ ਕਿਤੇ ਪ੍ਰਭਾਵਿਤ ਹੋਣਗੇ, ਹੋ ਵੀ ਸਕਦਾ। ਤੇ ਦੂਜਾ ਜਿਹੜਾ એનર્ਜੀ ਕੰਜ਼ਰਵੇਸ਼ਨ ਵੀ ਬਿਜਲੀ ਦੀ ਬਚਤ ਜਿਹੀ ਹੈ ਉਹ 'ਤੇ ਵੀ ਇਹਦਾ ਮੰਦਾ ਪ੍ਰਭਾਵ ਜਾਂ ਨੈਗੇਟਿਵ ਅਸਰ ਪੈ ਸਕਦਾ ਜੀ। ਭੁਪਿੰਦਰ ਸਿੰਘ ਜੀ, ਮੇਰਾ ਆਖਰੀ ਸਵਾਲ ਇਹ ਹੈ ਕਿ ਹੁਣ ਜਿਸ ਤਰ੍ਹਾਂ ਦਾ ਸੰਕਟ ਬਣ ਰਿਹਾ ਹੈ, ਇਸ ਸੰਕਟ ਦੇ ਵਿੱਚੋਂ ਸਰਕਾਰ ਕੀ ਨਿਕਲ ਸਕਦੀ ਹੈ? ਕਿਉਂਕਿ ਜਿਸ ਤਰ੍ਹਾਂ PCSPCL ਦੇ ਅਧਿਕਾਰੀ ਵਾਰ-ਵਾਰ ਮੀਟਿੰਗਾਂ ਕਰ ਰਹੇ ਆ ਸਰਕਾਰ ਨਾਲ ਜਾ ਕੇ ਜਾਂ ਦਿੱਲੀ ਜਾ ਕੇ ਕਰਦੇ ਆ ਕੇਜਰੀਵਾਲ ਨਾਲ, ਲੱਗਦਾ ਨਹੀਂ ਕਿਤੇ ਨਾ ਕਿਤੇ ਕਿ ਸਰਕਾਰ ਨੂੰ ਵੀ ਮਿਸਗਾਈਡ ਕਰਦੇ ਆ ਤੇ ਡਿਪਾਰਟਮੈਂਟਲੀ ਜਿਹੜਾ ਸਿਸਟਮ ਹੈ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਰਿਹਾ? ਕਿਉਂਕਿ ਲਗਾਤਾਰ ਜਿਹੜਾ ਅਧਿਕਾਰੀਆਂ ਨੇ ਇੱਥੇ ਰਹਿਣਾ ਹੁੰਦਾ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਰ ਕਿਤੇ ਨਾ ਕਿਤੇ ਜੇ ਇਸ ਤਰ੍ਹਾਂ ਦਾ ਰੁਝਾਨ ਚੱਲਦਾ ਰਿਹਾ
ਸਰਕਾਰ ਨੂੰ ਮਿਸਗਾਈਡ ਕਰਨ ਦਾ, ਜਾਂ ਸਿਸਟਮੈਟਿਕਲੀ ਇੱਕ ਲੀਹ 'ਤੇ ਕਿਸ ਤਰ੍ਹਾਂ ਪੈ ਸਕਦਾ ਇਹ ਸਿਸਟਮ ਪੂਰਾ? ਦੇਖੋ ਬੇਦੀ ਸਾਹਿਬ, ਲੀਹ 'ਤੇ ਪਾਉਣ ਲਈ ਨਾ ਕੰਮ ਕਰਨਾ ਪੈਣਾ ਸਿਰ ਸੁੱਟ ਕੇ, ਉਦਮ ਨਾਲ, ਗੱਲਾਂ ਨਾਲ ਨਹੀਂ ਹੋਣਾ। ਮੈਂ ਇਹਨੂੰ ਸੰਖੇਪ 'ਚ ਥੋੜ੍ਹਾ ਐਕਸਪਲੇਨ ਕਰਦਾ। ਸਾਡੇ ਇੱਕ ਚੇਅਰਮੈਨ ਸਾਹਿਬ ਰਹੇ, ਬਸੰਤ ਸਾਹਿਬ, NS ਬਸੰਤ। ਉਸ ਟਾਈਮ ਪੰਜਾਬ ਵਿੱਚ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਸੀ, ਬਿਜਲੀ ਘੱਟ ਸੀ ਅਤੇ ਬਿਜਲੀ ਦੇ ਕੱਟ ਲੱਗਦੇ ਸੀਗੇ। ਉਹਨਾਂ ਨੇ ਬੜੇ ਉਦਮ ਨਾਲ ਗੁਰੂ ਨਾਨਕ ਦੇਵ ਪਲਾਂਟ ਜਿਹੜਾ ਉਹਨੂੰ ਚਾਲੂ ਕੀਤਾ। ਰੋਪੜ ਥਰਮਲ ਪਲਾਂਟ ਜਿਹੜਾ ਉਹ ਨੈਸ਼ਨਲ ਰਿਕਾਰਡ ਕਾਇਮ ਕੀਤੇ, PLF ਉਹਦਾ ਨੈਸ਼ਨਲ ਲੈਵਲ 'ਤੇ ਜਿਹੜਾ ਬੈਸਟ ਸੀਗਾ, ਅਤੇ ਕੱਟ ਖਤਮ ਹੋ ਗਏ। ਉਹ ਤੋਂ ਬਾਅਦ ਲਹਿਰਾ ਮੁਹੱਬਤ ਆਪਣੀ ਹੌਲੀ ਹੌਲੀ ਸਪੀਡ ਨਾਲ ਬਣਿਆ, ਅਤੇ ਉਹ ਤੋਂ ਬਾਅਦ ਕੋਈ ਆਪਾਂ ਆਪਣੀ ਜਨਰੇਸ਼ਨ ਐਡ ਹੀ ਨਹੀਂ ਕੀਤੀ ਲਹਿਰੇ ਤੋਂ ਬਾਅਦ, ਅਤੇ ਫਿਰ ਪਾਵਰ ਕੱਟ ਜਿਹੜੇ ਹੈ ਉਹ ਲੱਗ ਗਏ। ਫਿਰ ਇੱਕ ਸਰਕਾਰ ਆਈ, ਉਹਨਾਂ ਨੇ ਸੋਚਿਆ ਯਾਰ ਵੀ ਆਪਾਂ ਬਿਜਲੀ ਉਤਪਾਦਨ ਵਧਾਈਏ ਪੰਜਾਬ ਵਿੱਚ, ਪਰ ਉਹਨਾਂ ਨੇ ਇੱਕ ਵੱਡੀ ਗਲਤੀ ਕੀਤੀ ਕਿ ਸਾਰੇ ਪ੍ਰਾਈਵੇਟ ਚਲਾਤੇ, ਹੈ ਨਾ। ਚਲੋ ਬਿਜਲੀ ਉਤਪਾਦਨ ਹੋਇਆ ਅਤੇ ਪਾਵਰ ਕੱਟ ਜਿਹੜੇ ਆ ਖਤਮ ਹੋ ਗਏ, ਸਰਪਲਸ ਸੂਬਾ ਹੋ ਗਿਆ। ਹੁਣ ਪਿਛਲੇ ਸਾਲ ਤੋਂ ਆਪਾਂ ਫੇਰ ਡੈਫੀਸਿਟ 'ਚ ਆ ਗਏ। ਹੁਣ ਕਾਰਨ ਇਹ ਹੈ ਕਿ ਡੈਫੀਸਿਟ 'ਚ ਕਿਉਂ ਆਏ? ਇੱਕ ਤਾਂ ਕਾਰਨ ਹੈ ਬਿਜਲੀ ਚੋਰੀ ਵੱਧ ਗਈ, ਚਲੋ ਇਹ ਹੈ। ਹੁਣ ਸਪਲਾਈ ਸਾਈਡ 'ਤੇ ਜੇ ਅਸੀਂ ਸਾਡੀ ਕਪੈਸਿਟੀ 14,000 ਮੈਗਾਵਾਟ ਸਪਲਾਈ ਕਰਨ ਦੀ ਹੈ, ਉਹਨੂੰ ਜੇ ਵਧਾਉਣਾ ਹੈ ਅਸੀਂ, ਜੇ 15.5 ਜਾਂ 16,000 ਮੈਗਾਵਾਟ ਵੀ ਅਸੀਂ ਜਿਹੜੀ ਹੈ ਸਪਲਾਈ ਦੇਣੀ ਹੈ, ਅਤੇ ਉਹਦੇ ਲਈ ਸਾਨੂੰ ਬਿਜਲੀ ਜਨਰੇਸ਼ਨ ਕਰਨੀ ਚਾਹੀਦੀ ਹੈ। ਹੁਣ ਜਦੋਂ ਤੋਂ ਇਹ ਪ੍ਰਾਈਵੇਟ ਪਲਾਂਟ ਬਣੇ, ਇਹਨਾਂ ਨੂੰ ਵੀ 6-7 ਸਾਲ ਹੋ ਗਏ, ਉਹ ਤੋਂ ਬਾਅਦ ਕੋਈ ਜਨਰੇਸ਼ਨ ਐਡ ਕਰਨ ਦੀ ਆਪਣਾ ਸੋਚੀ ਨਹੀਂ। ਸਗੋਂ ਅਸੀਂ 450 ਮੈਗਾਵਾਟ ਗੁਰੂ ਨਾਨਕ ਦੇਵ ਬੰਦ ਕਰਤਾ, ਗੋਇੰਦਵਾਲ ਸਾਹਿਬ ਸਾਡਾ ਪਲਾਂਟ ਬੰਦ ਪਿਆ, ਤਲਵੰਡੀ ਸਾਬੋ 'ਚ ਪ੍ਰੋਬਲਮ ਆਈ ਹੈ। ਇਹ ਭਰਮਾਈ ਕਿੱਥੋਂ ਹੋਏਗੀ ਜੀ? ਇਹ ਜਿਹੜੀ ਹੈ ਭਰਮਾਈ ਕਿਤੇੋਂ ਨਹੀਂ ਹੋ ਸਕਦੀ। ਇਹ ਪਾਵਰ ਕੱਟ ਦਾ ਸਿਨੈਰੀਓ ਇੱਦਾਂ ਹੀ ਰਹਿਣਾ। ਆਉਣ ਵਾਲੇ ਸਾਲਾਂ 'ਚ ਵੀ ਪੰਜਾਬ ਵਿੱਚ ਪਾਵਰ ਕੱਟ ਲੱਗਣ ਦੀ ਪੂਰੀ ਸੰਭਾਵਨਾ ਹੈ, ਜਦ ਤੱਕ ਕਿ ਅਸੀਂ ਜਨਰੇਸ਼ਨ ਐਡੀਕੁਏਟ ਐਡ ਨਹੀਂ ਕਰਾਂਗੇ। ਸਾਨੂੰ ਇਮੀਡੀਏਟਲੀ 1500 ਤੋਂ 2000 ਮੈਗਾਵਾਟ ਪੰਜਾਬ ਦੇ ਵਿੱਚ ਜਨਰੇਸ਼ਨ ਐਡ ਕਰਨੀ ਚਾਹੀਦੀ ਹੈ, ਔਰ ਉਹ ਸਟੇਟ ਸੈਕਟਰ 'ਚ ਹੋਣੀ ਚਾਹੀਦੀ ਹੈ। ਸਟੇਟ ਸੈਕਟਰ ਥਰਮਲ ਵਿੱਚ ਵੀ ਅਤੇ ਰੀਨਿਊਏਬਲ ਸੈਕਟਰ 'ਚ ਵੀ ਇਕੁਇਟੀ ਇਨਵੈਸਟ ਕਰੇ, ਆਪਣਾ ਪੈਸਾ ਲਾਵੇ। ਗੁਰੂ ਨਾਨਕ ਦੇ ਪਲਾਂਟ ਐਡਾ ਵੱਡਾ, ਐਡੀ ਉਹਦੀ ਸਰਮਾਇਆ ਸੀਗਾ, ਉਹਦੇ ਪੈਸੇ ਵੱਟੇ, ਉਹਦੇ ਇਕੁਇਟੀ ਇੱਥੇ ਲਾਵੇ, ਅਤੇ ਤਾਂ ਹੀ ਲੋਕਾਂ ਨੂੰ ਵਧੀਆ ਬਿਜਲੀ ਪੂਰੀ ਮਿਲ ਸਕਦੀ ਹੈ, ਅਤੇ ਬਿਜਲੀ ਸਹੀ ਮਾਇਨੇ 'ਚ ਸਸਤੀ ਵੀ ਤਾਂ ਹੀ ਹੋ ਸਕਦੀ ਹੈ। ਦੇਖੋ ਬੇਦੀ ਸਾਹਿਬ, ਇਹਦੇ ਬਾਰੇ ਮੈਂ ਸਸਤੀ ਬਿਜਲੀ ਬਾਰੇ ਇੱਕ ਗੱਲ ਕਹਿਣਾ ਚਾਹਾਂਗਾ। ਇੱਕ ਤਾਂ ਹੈ ਕਿ ਸਸਤੀ ਕਰਤੀ ਜੀ ਸਬਸਿਡੀ ਦੇ ਕੇ, ਉਹ ਤਾਂ ਠੀਕ ਹੈ, ਉਹ ਤਾਂ ਕੋਈ ਸਸਤੀ ਨਾ ਹੋਈ, ਉਹ ਤਾਂ ਇੱਕ ਕੰਜ਼ਿਊਮਰ ਦੀ ਜਗ੍ਹਾ ਸਰਕਾਰ ਨੇ ਦਿੱਤੀ। ਪਰ ਸਹੀ ਮਾਇਨੇ ਬਿਜਲੀ ਦੀ ਪ੍ਰੋਡਕਸ਼ਨ ਕਾਸਟ ਜਿਹੜੀ ਘਟਾਉਣੀ ਹੈ, ਉਹਦੇ ਬਾਰੇ ਸੋਚਣਾ ਚਾਹੀਦਾ ਹੈ। ਸੋ ਉਹਦੇ ਬਾਰੇ ਜਿਹੜੇ ਲੌਂਗ ਟਰਮ ਪਲੈਨਿੰਗ ਵਾਲੇ, ਸੋਚ ਵਾਲੇ ਜਿਹੜੇ ਵਧੀਆ ਇੰਜੀਨੀਅਰ ਹੈ, ਉਹ ਮੈਨੇਜਮੈਂਟ 'ਚ ਆਉਣ, ਅਤੇ ਤਾਂ ਹੀ ਇਹ ਜਿਹੜੀ ਹੈ ਬਿਜਲੀ ਸਸਤੀ ਹੋ ਸਕਦੀ ਹੈ। ਉਹਦੇ ਨਾਲ ਵਿੱਤੀ ਘਾਟੇ PSPCL ਦੇ ਵੀ ਘਟਣਗੇ, ਅਤੇ ਪੰਜਾਬ ਸਰਕਾਰ ਦਾ ਸਬਸਿਡੀ ਦਾ ਬੋਝ ਵੀ ਘਟ ਸਕਦਾ ਹੈ ਜੇ ਅਸੀਂ ਸਹੀ ਕਦਮ ਚੱਕੀਏ ਅਤੇ ਬਿਜਲੀ ਦੀ ਕਾਸਟ ਆਫ ਪ੍ਰੋਡਕਸ਼ਨ, ਇਹਦੀ ਪੈਦਾਵਾਰ ਦੀ ਕੀਮਤ ਨੂੰ ਘਟਾਈਏ। ਇਹਦੇ ਬਾਰੇ ਸੋਚਣਾ ਚਾਹੀਦਾ ਸਾਨੂੰ ਜੀ। ਧੰਨਵਾਦ ਜੀ। ਇਹ ਸਨ ਭੁਪਿੰਦਰ ਸਿੰਘ, ਜਿਨ੍ਹਾਂ ਨੇ ਸਾਫ਼ ਤੌਰ 'ਤੇ ਇਹ ਗੱਲ ਕਹੀ ਆ ਕਿ ਜੇ ਸਰਕਾਰ ਖੁਦ ਬਿਜਲੀ ਸੰਕਟ ਦੇ ਵਿੱਚੋਂ ਨਿਕਲਣਾ ਚਾਹੁੰਦੀ ਹੈ ਤਾਂ ਇਸ ਦੇ ਵਿੱਤੀ ਵਸੀਲਿਆਂ ਵੱਲ ਧਿਆਨ ਦੇਣਾ ਹੋਏਗਾ ਕਿ ਬਿਜਲੀ ਉਤਪਾਦਨ ਸਰਕਾਰ ਨੂੰ ਖੁਦ ਹੀ ਕ੍ਰੀਏਟ ਕਰਨਾ ਹੋਏਗਾ, ਕਿਉਂਕਿ ਬਹੁਤ ਸਾਰੇ ਅਜਿਹੇ ਥਰਮਲ ਪਲਾਂਟ ਨੇ ਜਿਨ੍ਹਾਂ ਵੱਲ ਧਿਆਨ ਦੇਣ ਦੀ ਲੋੜ ਹੈ। ਜੇ ਸਰਕਾਰ ਪੂਰੀ ਗੰਭੀਰਤਾ ਨਾਲ ਅਜਿਹੇ ਵਸੀਲੇ ਪੈਦਾ ਕਰੇ ਜਿਹਦੇ ਨਾਲ ਬਿਜਲੀ ਸੰਕਟ 'ਚੋਂ ਨਿਕਲਿਆ ਜਾ ਸਕੇ। ਕੈਮਰਾਮੈਨ ਅਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ ਬੇਦੀ, ਮਨਸਾ TV, ਪਟਿਆਲਾ।